सत श्री अकाल। तुसीं देख रहे हो पंजाब में यूनिवर्सिटी भी। मेरा नाम जतिंदर सिंह खैरा और प्रोग्राम है पंजाब अपडेट। सो पंजाब के लिए अज बहुत वड्डी खबर है और जे मैं कहां कि बड़ी अपडेट है राजनीति के भी, तो इनू लगता कि बात कथनी नहीं होगी। सिख विरोधी दंगियां के जख्म अजे भी हले ने। हाईकोर्ट ने कहा, दिल्ली हाईकोर्ट ने जड़ा ये वड्डा बयान दिता। उन्होंने कहा कि दिल्ली हाईकोर्ट ने यह कहा कि 1984 सिख विरोधी दंगियां के नाल जुड़े केस के संबंधित समर्थ अथॉरिटी ਨੂੰ सेवा मुक्त सिटी पुलिस अधिकारी खिलाफ सज़ा ਲਈ ਢੁਕਵੇਂ ਹੁਕਮ ਜਾਰੀ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਇਹ ਸਾਬਕਾ ਪੁਲਿਸ ਅਧਿਕਾਰੀ ਹਿੰਸਾ ਦੌਰਾਨ ਕਥਿਤ ਲੋੜੀਂਦੇ ਸੁਰੱਖਿਆ ਬਲਾਂ ਦੀ ਤੈਨਾਤੀ ਦੇ ਨਾਲ ਸ਼ਰਾਰਤੀ ਅਨਸਰਾਂ ਨੂੰ ਖੰਡਾਉਣ ਦੇ ਤੇ ਉਹਨਾਂ ਨੂੰ ਇਹਤਿਆਤੀ ਹਿਰਾਸਤ ਦੇ ਵਿੱਚ ਲੈਣ 'ਚ ਕਥਿਤ ਨਾਕਾਮ ਰਿਹਾ ਸੀਗਾ। ਹਾਈ ਕੋਰਟ ਨੇ ਕਿਹਾ ਕਿ ਦੇਸ਼ ਅਜੇ ਵੀ ਇਹਨਾਂ ਦੰਗਿਆਂ ਦਾ ਸੰਤਾਪ ਜਿਹੜਾ ਉਹ ਚੱਲ ਰਿਹਾ ਤੇ ਜ਼ਖਮ ਅਜੇ ਵੀ ਹੱਲੇ ਨੇ। चीफ जस्टिस सतीश चंद्रा शर्मा ने उन्होंने अगवाई वाले बेंच ने अनुशासनी अथॉरिटी ते केंद्री प्रशासनिक ट्रिब्यूनल वालों किंग्स वे कैंप पुलिस स्टेशन के तत्कालीन SHO खिलाफ हुक्मां नूं लांभे रखदिआं कहा कि इन्हां दंगिआं विच बेकसूर लोकां दीआं जानां गईआं सन। तुहानूं याद होएगा कि किन्ने बेकसूर लोग ने। बहुत सारियां ਇਹਦੇ ਉੱਤੇ ਫਿਲਮਾਂਕਣ ਹੋ ਗਿਆ ਹੈ और एक ਰੀਸੈਂਟ ਜੇ मैं गल करा तो ਦਿਲਜੀਤ ਦੋਸਾਂਝ ਦੀ ਫਿਲਮ ਇਹਦੇ ਉੱਤੇ ਆ ਰਹੀ ਹੈ। ਪੰਜਾਬ ਦਾ ਉਹ ਦੁੱਖ ਜਿਹੜਾ ਜੇ ਕਹਿ ਲਓ ਕਿ ਪੰਜਾਬ ਦਾ ਉਹ ਜ਼ਖਮ ਜਿਹਨੂੰ ਤੁਸੀਂ ਜਦੋਂ ਮਰਜ਼ੀ ਵੇਖ ਲਓ, ਚਾਹੇ ਉਹ ਸਿਆਲਾਂ 'ਚ ਵੇਖ ਲਓ, ਚਾਹੇ ਗਰਮੀਆਂ 'ਚ ਵੇਖ ਲਓ, ਕਹਿੰਦੇ ਨੇ ਕਿ ਲੋ ਜਦੋਂ ਵਗਦੀ ਹੈ ਤਾਂ ਜ਼ਖਮ ਭਰ ਜਾਂਦੇ ਨੇ ਤੇ ਇਹ ਉਹ ਜ਼ਖਮ ਹੈ ਜਿਹੜਾ ਕਿਸੇ ਵੀ ਲੋ ਦੇ ਵਿੱਚ ਵੀ ਨਹੀਂ ਭਰਦਾ, ਨਾ ਕਿਸੇ ਸਿਆਲੂ ਦਿਨਾਂ ਦੇ ਵਿੱਚ ਇਹਦੀ ਤਪਸ਼ ਜਿਹੜੀ ਹੈ ਉਹ ਘੱਟ ਹੁੰਦੀ ਹੈ। ਕਿਉਂਕਿ ਬੜੇ ਲੋਕ ਇੱਦਾਂ ਦੇ ਜਿਨ੍ਹਾਂ ਦੇ ਘਰ ਉੱਜੜ ਗਏ, ਕਈਆਂ ਦੀਆਂ ਮਾਵਾਂ ਦੇ ਸਾਹਮਣੇ ਉਹਨਾਂ ਦੀਆਂ ਧੀਆਂ ਦਾ ਬਲਾਤਕਾਰ ਹੋਇਆ, ਟਾਇਰ ਪਾ ਪਾ ਕੇ ਜਿਹੜੇ ਨੇ ਘਰ ਦਾ ਵਲੀ ਜਿਹੜਾ ਉਹਨੂੰ ਸਾੜ ਦਿੱਤਾ, ਛੋਟੇ ਛੋਟੇ ਬੱਚਿਆਂ ਦੇ ਕਤਲ ਹੋਏ ਨੇ, ਪੂਰਾ ਪਰਿਵਾਰ ਰੁਲ ਗਿਆ। ਅੱਜ ਵੀ ਤੁਸੀਂ ਦੇਖੋ ਨਾ ਬੀਬੀਆਂ ਦੇ ਨਾਲ ਗੱਲ ਕਰਕੇ ਜਿਨ੍ਹਾਂ ਦੇ ਹਿਰਦੇ ਬਲੂੰਦਰੇ ਗਏ ਨੇ, ਜਿਨ੍ਹਾਂ ਦੇ ਦਿਲਾਂ ਦੇ ਵਿੱਚ ਉਹ ਸੰਤਾਪ ਅਜੇ ਵੀ ਉੱਥੇ ਖੜਿਆ। ਕਹਿੰਦੇ ਨੇ ਕਿ ਜਿਹਦਾ ਘਰੋਂ ਪੁੱਤ ਚਲੇ ਜਾਵੇ ਨਾ ਉਹਨੂੰ ਸਦੀਆਂ ਭਰ ਨਹੀਂ ਭੁੱਲਦਾ, ਤੇ ਜਿਨ੍ਹਾਂ ਦੇ ਪੂਰੇ ਪਰਿਵਾਰ ਉੱਜੜ ਗਏ ਉਹਨਾਂ ਨੂੰ ਕਿੱਥੇ ਭੁੱਲਣੇ ਨੇ। ਔਰ ਸਾਡੀ ਇਹ ਬੜੀ ਹੀ ਮੈਂ ਕਹਿੰਦਾ ਮੰਦਭਾਗੀ ਚੀਜ਼ ਹੈ ਕਿ ਅਸੀਂ ਸਿਰਫ ਰਾਜਨੀਤੀ ਕਰਦੇ ਰਹਿ ਗਏ। ਅਸੀਂ ਕਦੀ ਇਹ ਨਹੀਂ ਸੋਚਿਆ ਵੀ ਕੌਣ ਜ਼ਿੰਮੇਵਾਰ ਸੀਗਾ ਤੇ ਕਿਹਨੂੰ ਇਹਦੇ ਲਈ ਜੇਲ੍ਹਾਂ ਦੇ ਵਿੱਚ ਭੁਗਤਣੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਜ਼ਰੂਰੀ ਨੇ। ਪਰ ਇਹ ਰਾਜਨੀਤੀ ਹੈ, ਰਾਜਨੇਤਾ ਜਿਹਦੇ ਵੱਲ ਹੋਣ ਕਹਿੰਦੇ ਨੇ ਕਿ ਉਹਦਾ ਬਾਲ ਵੀ ਬਾਕਾ ਨਹੀਂ ਹੋ ਸਕਦਾ। ਫਿਰ ਇਹੋ ਜਿਹੀ ਗੱਲ ਹੈ ਕਿਉਂਕਿ ਉਸ ਸਮੇਂ ਰਾਜਨੀਤੀ ਜਿਹੜੀ ਸੀ ਉਹਨਾਂ ਲੋਕਾਂ ਦੇ ਖਿਲਾਫ ਹੈ। ਪਰ ਦਿੱਲੀ ਹਾਈ ਕੋਰਟ ਦੇ ਇਸ ਬੈਂਚ ਨੇ ਬਹੁਤ ਵਧੀਆ ਫੈਸਲਾ ਲਿਆ। ਉਹਨਾਂ ਨੇ ਕਿਹਾ ਫਿਰ ਕੀ ਹੋਇਆ ਜੇ ਉਮਰ ਦਰਾਜ਼ ਹੋ ਗਏ ਤਾਂ ਉਹਨਾਂ ਦੀ ਉਮਰ ਦਾ ਕੋਈ ਲਿਹਾਜ਼ ਨਾ ਕੀਤਾ ਜਾਵੇ, ਇਹਨਾਂ ਨੂੰ ਬਣਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਜ਼ਰੂਰ ਦਿੱਤੀਆਂ ਜਾਣ, ਕਿਉਂਕਿ ਇਹਨਾਂ ਨੇ ਬੜੇ ਲੋਕਾਂ ਦੇ ਘਰ ਜਿਹੜੇ ਨੇ ਉਹ ਤਬਾਹ ਕਰ ਦਿੱਤੇ ਨੇ। ਔਰ ਉਹਨਾਂ ਤਬਾਹ ਹੋਇਆਂ ਘਰਾਂ ਦੇ ਜਿਹੜੇ ਜ਼ਖਮ ਨੇ ਉਹ ਅਜੇ ਵੀ ਹੱਲੇ ਨੇ, ਕਿਉਂਕਿ ਇਹ ਬਹੁਤ ਜ਼ਖਮ ਨੇ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਕਿਸੇ ਵੀ ਜਿਹੜਾ ਮੌਸਮ ਹੈ ਉਹਦੇ ਵਿੱਚ ਇਹ ਜ਼ਖਮ ਭਰਦੇ ਨਹੀਂ ਹੈਗੇ। ਜਿਹੜੇ ਪਿਓ ਨੇ ਆਪਣੀ ਧੀ ਦਾ ਬਲਾਤਕਾਰ ਹੁੰਦਿਆਂ ਵੇਖਿਆ, ਉਹਦੀ ਮੌਤ, ਅਣਿਆਈ ਮੌਤ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਹੁੰਦੀ ਵੇਖ ਲਈ, ਉਹਨੂੰ ਕਿੱਥੇ ਭੁੱਲਣਾ ਹੈ। ਬਹੁਤ ਕੁਝ ਹੋਇਆ ਪੰਜਾਬੀਆਂ ਦੇ ਨਾਲ। ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ 1947, ਫਿਰ 84 ਹੋਈ ਤੇ ਫਿਰ ਹੁਣ ਪੰਜਾਬੀਆਂ ਦੇ ਜਵਾਕ ਇੱਦਾਂ ਨਸ਼ਿਆਂ ਦੇ ਵੱਲ ਲਾ ਦਿੱਤੇ ਆ ਕਿ ਪਤਾ ਨਹੀਂ ਕੀ ਜਿਹੜਾ ਆ ਉਹ ਹੋ ਸਕਦਾ ਹੈ। ਫਿਲਹਾਲ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਸਤੀਸ਼ ਚੰਦਰਾ ਬੈਂਚ ਨੇ ਕਹੀ ਹੈ। ਦੰਗਿਆਂ ਦਾ ਸੰਤਾਪ ਚੱਲ ਰਹੇ ਲੋਕਾਂ ਦੇ ਜ਼ਖਮ ਜਿਹੜੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਠੰਡਕ ਜਿਹੜੀ ਹੈ ਉਹ ਜ਼ਰੂਰ ਮਿਲੇਗੀ। ਇਹਨਾਂ ਹੁਕਮਾਂ ਦੇ ਨਾਲ ਹੀ ਕਈ ਬੇਕਸੂਰਾਂ ਦੀਆਂ ਆਤਮਾ ਨੂੰ ਵੀ ਸ਼ਾਂਤੀ ਮਿਲ ਸਕਦੀ ਹੈ। ਮੈਨੂੰ ਲੱਗਦਾ ਹੈ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਲੀਡਰ ਇੱਦਾਂ ਦੇ ਨੇ ਜਿਹੜੇ ਬੜੀ ਉਮਰ ਦਰਾਜ਼ ਹੋ ਗਏ, ਉਹਨਾਂ ਦੇ ਨਾਮ ਉਸ ਕੇਸ ਦੇ ਵਿੱਚ ਬੋਲਦੇ ਸੀਗੇ ਤੇ ਪਰ ਹੁਣ ਇਹ ਜਿਹੜਾ ਹੁਕਮ ਹੈ, ਇਹ ਜਿਹੜਾ ਇੱਕ ਕਹਿ ਲਓ ਕਿ ਇੱਕ ਤਰੀਕੇ ਨਾਲ ਟਿੱਪਣੀ ਜਿਹੜੀ ਹੈ ਇਹ ਬਹੁਤ ਅਹਿਮ ਹੈ ਇਸ ਸਮੇਂ ਪੰਜਾਬੀਆਂ ਲੋਕਾਂ ਦੇ ਲਈ, ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਆਪਣੇ ਬੜੇ ਜੀ ਜਿਹੜੇ ਨੇ ਇਸ ਜੰਗ ਦੇ ਵਿੱਚ ਜਿਹੜੇ ਨੇ ਇਹ ਜਿਹੜੀ ਜੰਗ ਡਿਕਲੇਅਰਡ ਜੰਗ ਜਿਹੜੀ ਪੋਲੀਟੀਕਲ ਜੰਗ ਹੈ ਉਹਦੇ ਵਿੱਚ ਗਵਾ ਦਿੱਤੇ ਨੇ। ਤੁਸੀਂ ਇਸ ਆਧਾਰ 'ਤੇ ਉਹ ਕਹਿੰਦੇ ਜੀ ਬਚ ਨਹੀਂ ਸਕਦੇ ਕਿ ਤੁਸੀਂ ਉਮਰ ਦਰਾਰ ਹੋ ਗਏ ਹੋ, ਕਿਉਂਕਿ ਅਨੁਸ਼ਾਸਨੀ ਅਥਾਰਟੀ ਪੁਲਿਸ ਅਧਿਕਾਰੀਆਂ ਨੂੰ ਵੀ ਸਿੱਖ ਵਿਰੋਧੀ ਦੰਗਿਆਂ ਦੌਰਾਨ ਬਦ ਇੰਤਜ਼ਾਮੀ ਦੇ ਲਈ ਦੋਸ਼ੀ ਠਹਿਰਾਇਆ ਸੀ, ਜਿਸ ਨੂੰ ਉਹਨਾਂ ਦੇ ਅੱਗੇ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ਅੱਗੇ ਚੁਣੌਤੀ ਦਿੱਤੀ ਹੈ। ਕੈਂਟ ਨੇ ਅਪੀਲ ਰੱਦ ਕਰ ਦਿੱਤੀ ਸੀ ਤਾਂ ਉਸਨੇ ਹਾਈ ਕੋਰਟ ਦਾ ਰੁਖ ਕਰ ਦਿੱਤਾ। ਪਟੀਸ਼ਨਰ ਜਿਹਨੇ ਪਾਈ ਹੈ ਜੀ, ਪਟੀਸ਼ਨਰ ਨੇ ਹਾਈ ਕੋਰਟ ਦੇ ਵਿੱਚ ਦਾਅਵਾ ਕੀਤਾ ਕਿ ਉਸ ਨੂੰ ਇਸ ਕੇਸ ਵਿੱਚ ਫੈਸਲਾਕੁਨ ਸੁਣਵਾਈ ਤੋਂ ਬਾਅਦ ਹੀ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਸੀ। ਹਾਈ ਕੋਰਟ ਨੇ ਹੁਕਮਾਂ ਨੂੰ ਲਾਂਭੇ ਰੱਖਦੇ ਹੋਏ ਕਿਹਾ ਕਿ ਪਟੀਸ਼ਨਰ ਖਿਲਾਫ ਅੱਗੇ ਦੋਸ਼ ਸੰਗੀਨ ਨੇ ਅਤੇ ਅਨੁਸ਼ਾਸਨੀ ਅਥਾਰਟੀ ਨੂੰ ਖੁੱਲ੍ਹ ਹੈ ਕਿ ਉਹ ਸਹਿਮਤੀ ਦਾ ਨੋਟਿਸ ਵੀ ਜਾਰੀ ਕਰਕੇ ਪਟੀਸ਼ਨਰ ਤੋਂ ਜਾਂਚ ਹਫ਼ਤਿਆਂ ਦੇ ਵਿੱਚ 4 ਹਫ਼ਤਿਆਂ ਦੇ ਵਿੱਚ ਜਵਾਬ ਮੰਗੇ।
ਇਸ ਮਗਰੋਂ ਅਨੁਸ਼ਾਸਨੀ ਅਥਾਰਟੀ ਨੂੰ ਕਾਨੂੰਨ ਮੁਤਾਬਕ ਢੁਕਵਾਂ ਹੁਕਮ ਜਾਰੀ ਕਰਨ ਦੀ ਪੂਰੀ ਖੁੱਲ੍ਹ ਹੈ। ਬਹੁਤ ਸੋਹਣਾ ਮੈਂ ਕਹਿੰਦਾ ਇਹ ਜੱਜਮੈਂਟ ਹੈ, ਕਿਉਂਕਿ ਇੱਦਾਂ ਦੀਆਂ ਜੱਜਮੈਂਟਸ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਨੇ। ਇੱਦਾਂ ਦੇ ਜਿਹੜੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਿਹੜਾ ਸਾਡੇ ਨੇ ਉਹਨਾਂ ਦੇ ਵੱਲੋਂ ਜਿਹੜੇ ਫੈਸਲੇ ਨੇ ਇਹ ਲੈਣੇ ਬਹੁਤ ਜ਼ਰੂਰੀ ਨੇ। ਫਿਲਹਾਲ ਅੱਗੇ ਵੱਧਦਾ ਹੈ, ਕਿਉਂਕਿ ਇਹ ਮਸਲਾ ਉਹ ਹੈ ਕਿ ਜਿਵੇਂ ਜਿਵੇਂ ਜੂਨ ਦਾ ਮਹੀਨਾ ਆਉਂਦਾ ਹੈ, ਜਿਵੇਂ ਜਿਵੇਂ ਇਹ ਮਹੀਨੇ ਨੇੜੇ ਆਉਂਦੇ ਨੇ, ਇੱਦਾਂ ਲੱਗਦਾ ਰਹਿੰਦਾ ਕਿ ਉਹ ਦਿਨ ਜਿਹੜੇ ਨੇ ਉਹ ਸਾਡੇ ਜਿਹੜੇ ਦਿਲ ਨੇ ਉਹਨਾਂ ਨੂੰ ਖਿੱਚ ਪਾਉਂਦੇ ਨੇ। ਬਹੁਤ ਲੋਕ ਨੇ ਜਿਹੜੇ ਅਜੇ ਵੀ ਉਸ ਚੀਜ਼ ਨੂੰ ਰੋਂਦੇ ਨੇ ਔਰ ਕਹਿੰਦੇ ਨੇ ਕਿ ਉਹ ਚੀਜ਼ ਹੋਣੀ ਨਹੀਂ ਸੀ ਚਾਹੀਦੀ। ਅੱਗੇ ਵੱਧਦਾ ਹਾਂ ਤੇ ਅੱਗੇ ਪੰਜਾਬ ਅਪਡੇਟ ਦੇ ਵਿੱਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਪਤਾ ਹੋਏਗਾ ਕਿ ਆਟਾ ਦਾਲ ਸਕੀਮ ਨੂੰ ਲੈ ਕੇ ਘਰ ਘਰ ਆਟਾ ਵੰਡਣ ਦੀ ਸਕੀਮ ਜਿਹੜੀ ਸੀਗੀ ਉਹ ਭਗਵੰਤ ਮਾਨ ਸਾਹਿਬ ਹੋਣਾ ਨੇ ਕੀਤੀ ਸੀ। ਫਿਰ ਡੀਪੂ ਹੋਲਡਰਾਂ ਨੇ ਕਿਹਾ ਵੀ ਇਹਦੇ ਨਾਲ ਸਾਡਾ ਜਿਹੜਾ ਸਾਡੀ ਜਿਹੜੀ ਸਾਖ ਹੈ ਉਹ ਕਿਤੇ ਨਾ ਕਿਤੇ ਮਿਟ ਜਾਊਗੀ। ਸਾਡਾ ਜਿਹੜਾ ਪੂਰੇ ਕਿਉਂਕਿ ਕਈ ਪਰਿਵਾਰਾਂ ਦੇ ਉੱਤੇ ਕੋਲ ਡੀਪੂ ਹੈ, ਉਹਨਾਂ ਦੀ ਰੋਜ਼ੀ ਰੋਟੀ ਉੱਤੇ ਚੱਲਦੀ ਹੈ, ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਇਸ ਤਰੀਕੇ ਦੇ ਨਾਲ ਆਪਣੇ ਕੰਮ ਨੂੰ ਖੋ ਦੇਵਾਂਗੇ। ਸੋ ਪੰਜਾਬ ਸਰਕਾਰ ਨੂੰ ਇਸ ਵੇਲੇ ਵੱਡਾ ਝਟਕਾ, ਘਰ ਘਰ ਆਟਾ ਵੰਡਣ ਵਾਲੀ ਯੋਜਨਾ ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਅੱਜ ਉਸ ਵੇਲੇ ਝਟਕਾ ਲੱਗਿਆ ਹੈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਘਰ ਘਰ ਆਟਾ ਵੰਡਣ ਵਾਲੀ ਸਕੀਮ ਉੱਪਰ ਰੋਕ ਲਗਾ ਦਿੱਤੀ ਹੈ। ਇਹ ਬਹੁਤ ਵੱਡੀ ਸਟੇਟਮੈਂਟ ਆ ਰਹੀ ਹੈ ਵੱਖਰੇ ਵੱਖਰੇ ਮੀਡੀਆ ਚੈਨਲ ਤੇ। ਮੈਨੂੰ ਲੱਗਿਆ ਤੁਹਾਡੇ ਲਈ ਸਟੇਟਮੈਂਟ ਵੀ ਮੈਂ ਪੜ੍ਹ ਦੇਵਾਂ। ਇਹ ਯੋਜਨਾ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ ਵੈਸੇ, ਪਰ ਇਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸੀ। ਪਤਾ ਲੱਗਿਆ ਹੈ ਕਿ ਹਾਈ ਕੋਰਟ ਨੇ ਹੁਣ ਰੋਕ ਲਾ ਦਿੱਤੀ ਹੈ ਔਰ NFSA ਡਿਪੂ ਹੋਲਡਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਤੇ ਡਿਪੂ ਹੋਲਡਰਾਂ ਨੇ ਜਿਹੜੀ ਹੈ ਰਿਕੁਐਸਟ ਕੀਤੀ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਜਿਹੜਾ ਧੰਦਾ ਆ, ਸਾਡੀ ਜਿਹੜੀ ਸਾਖ ਹੈ ਉਹ ਕਿਤੇ ਨਾ ਕਿਤੇ ਖਤਮ ਹੋ ਜਾਣੀ ਹੈ ਜੇਕਰ ਇਹ ਜਿੱਦਾਂ ਹੀ ਚੱਲਦਾ ਰਿਹਾ। ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਇਸ ਸਕੀਮ ਦੇ ਨਾਲ ਉਹਨਾਂ ਦਾ ਰੁਜ਼ਗਾਰ ਖੁੱਸ ਜਾਣਾ ਹੈ। ਐਸੋਸੀਏਸ਼ਨ ਦੇ ਮਾਨਸਾ ਜ਼ਿਲ੍ਹੇ ਦੇ ਆਗੂ ਲਾਲਜੀਤ ਸਿੰਘ ਲਾਲੀ ਨੇ ਦੱਸਿਆ ਕਿ ਲੋਕਾਂ ਨੂੰ ਰਾਸ਼ਨ ਡਿਪੂਆਂ ਦੇ ਵੱਲੋਂ ਵਧੀਆ ਢੰਗ ਦੇ ਨਾਲ ਵੰਡਿਆ ਜਾ ਰਿਹਾ, ਪਰ ਸਰਕਾਰ ਨੇ ਵੀ ਨਵੀਂ ਸਕੀਮ ਦੇ ਨਾਲ ਡਿਪੂ ਹੋਲਡਰਾਂ ਤੇ ਖਪਤਕਾਰਾਂ ਵਾਸਤੇ ਮੁਸ਼ਕਲ ਪੈਦਾ ਕਰ ਦਿੱਤੀ ਹੈ, ਕਿਉਂਕਿ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਇਹ ਡਿਪੂ ਹੋਲਡਰ ਚਲਾਉਂਦੇ ਨੇ। ਕਾਂਗਰਸ ਦੇ ਵੇਲੇ ਤੁਹਾਨੂੰ ਪਤਾ ਹੋਏਗਾ ਕਿ ਬਹੁਤ ਸਾਰੇ ਕਾਂਗਰਸੀ ਪਰਿਵਾਰਾਂ ਨੂੰ ਇਹ ਡਿਪੂ ਦਿੱਤੇ ਗਏ ਸੀਗੇ। ਫਿਰ ਉਹਨਾਂ ਦੀਆਂ ਪੀੜ੍ਹੀਆਂ ਜਿਹੜੀਆਂ ਨੇ ਅੱਗੇ ਤੋਂ ਅੱਗੇ ਇਹਨਾਂ ਡਿਪੂਜ਼ ਦੇ ਉੱਤੇ ਕੰਮ ਕਰਦੀਆਂ ਨੇ। ਰਾਸ਼ਨ ਵੰਡਣ ਦਾ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਦੇ ਕੋਲ ਹੁੰਦੀ ਹੈ, ਕਿਉਂਕਿ ਬਹੁਤ ਸਾਰੇ ਪਿੰਡ ਇੱਦਾਂ ਦੇ ਨੇ ਜਿੱਥੇ ਅਜੇ ਵੀ ਅਸੀਂ ਕਹਿ ਲਈਏ ਕਿ ਲੋਕੀ ਬਿਲੋ ਦਾ ਪਾਵਰਟੀ ਲਾਈਨ ਨੇ। ਸੋ ਉਹਨਾਂ ਦੇ ਲਈ ਇਹ ਸਕੀਮ ਜਿਹੜੀ ਹੈ ਬਹੁਤ ਚੰਗੀ ਹੈ ਔਰ ਅੱਜ ਇਸ ਪਟੀਸ਼ਨ ਦੇ ਉੱਤੇ ਹਮਲਾ ਜਿਹੜਾ ਆ ਇੱਕ ਕਹਿ ਲਈਏ ਕਿ ਵੱਡੀ ਜਿਹੜੀ ਕਾਰਵਾਈ ਜਿਹੜੀ ਹੈ ਉਹ ਹੋ ਗਈ ਹੈ ਔਰ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਵੱਲੋਂ ਵੱਡਾ ਝਟਕਾ ਲੱਗਾ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਜ ਕੱਲ੍ਹ ਪਟੀਸ਼ਨ ਪੈ ਜਾਂਦੀ ਹੈ ਹਰ ਚੀਜ਼ ਦੇ ਉੱਤੇ ਔਰ ਫਿਰ ਉਸ ਤੋਂ ਬਾਅਦ ਉਸ ਪਟੀਸ਼ਨ ਦੇ ਉੱਤੇ ਫੈਸਲਾ ਜਿਹੜਾ ਆ ਉਹ ਜੇ ਆ ਜਾਵੇ ਹੱਕ ਦੇ ਵਿੱਚ, ਤਾਂ ਫਿਰ ਉਹ ਜਿਹੜੀ ਜਾਂਚ ਜਿਹੜੀ ਹੈ ਜਾਂ ਕਹਿ ਲਓ ਜਿਹੜੀਆਂ ਪੋਲਿਸੀਜ਼ ਜਿਹੜੀਆਂ ਗਵਰਨਮੈਂਟ ਤੋਂ ਵੱਲੋਂ ਬਣਾਈਆਂ ਹੁੰਦੀਆਂ ਤਾਂ ਉਹਨਾਂ ਨੂੰ ਵੀ ਰਿਵਿਊ ਕਰਨਾ ਪੈਂਦਾ ਹੈ। ਅੱਗੇ ਵਧਣਾ ਆ ਤੇ ਰਾਣੀ ਐਲਿਜ਼ਾਬੈਥ II ਜਿਹੜੇ ਨੇ ਉਹਨਾਂ ਦਾ ਦੇਹਾਂਤ ਹੋ ਗਿਆ। ਜਿਹੜੀਆਂ ਬੜੀਆਂ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਟ੍ਰੈਡੀਸ਼ਨਲ ਪ੍ਰੈਕਟਿਸ ਨੇ ਉਹ ਚੱਲ ਰਹੀਆਂ ਨੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਪ੍ਰੋਸੈਸ ਨੂੰ ਲੈ ਕੇ। ਉਸ ਸਭ ਦੇ ਵਿੱਚ ਅੱਜ ਇੱਕ ਖਬਰ ਜਿਹੜੀ ਹੈ ਪੂਰੇ ਨੈਸ਼ਨਲ ਮੀਡੀਆ ਦੇ ਉੱਤੇ ਪੰਜਾਬ ਦੇ ਭਾਰਤ ਦੇ ਜਿਹੜੇ ਆ ਛਾਈ ਹੋਈ ਹੈ, ਉਹ ਹੈ ਭਗਵਾਨ ਜਗਨਨਾਥ ਦਾ ਹੈ ਕਹਿੰਦੇ ਜੀ ਕੋਹਿਨੂਰ ਹੀਰਾ ਬਰਤਾਨੀਆ ਤੋਂ ਵਾਪਸ ਲਿਆਉਣ ਦੇ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਅਪੀਲ ਕੀਤੀ ਹੈ। ਉੜੀਸਾ ਦੇ ਵਿੱਚ ਸਮਾਜਿਕ ਸੱਭਿਆਚਾਰ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਕੋਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ। ਸੰਗਠਨ ਨੇ ਬਰਤਾਨੀਆ ਤੋਂ ਇਸ ਨੂੰ ਇਤਿਹਾਸਕ ਪੂਰੀ ਮੰਦਰ ਲਈ ਵਾਪਸ ਲਿਆਉਣ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਦਖਲ ਦੀ ਮੰਗ ਕੀਤੀ ਹੈ। ਅੱਛਾ, ਜੇਕਰ ਅਸੀਂ ਕੋਹਿਨੂਰ ਹੀਰਾ ਦੀ ਗੱਲ ਕਰੀਏ ਤੇ ਕੋਹਿਨੂਰ ਹੀਰੇ ਦੀ ਜਿਹੜੀ ਸਟੋਰੀ ਹੈ ਉਹ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵੀ ਮਿਲਦੀ ਹੈ। ਹੁਣ ਇਹਨਾਂ ਦੀ ਇੱਕ ਵੱਖਰਾ ਐਂਗਲ ਹੈ। ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਪ੍ਰਿੰਸ ਚਾਰਲਸ ਰਾਜਾ ਬਣ ਗਿਆ ਹੈ ਤੇ ਨਿਯਮ ਵਜੋਂ 105 ਕੈਰਟ ਦਾ ਹੀਰਾ ਉਸ ਦੀ ਪਤਨੀ ਕੈਮਿਲਾ ਦੇ ਕੋਲ ਜਾਵੇਗਾ। ਪੂਰੀ ਸਥਿਤੀ ਸੰਗਠਨ ਸ਼੍ਰੀ ਜਗਨਨਾਥ ਸੈਨਾ ਨੇ ਰਾਸ਼ਟਰਪਤੀ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਉਹ ਕੋਹਿਨੂਰ ਹੀਰੇ ਨੂੰ 12ਵੀਂ ਸਦੀ ਦੇ ਮੰਦਰ ਵਿੱਚ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਲਈ ਦਖਲ ਦੇਣ। ਸੈਨਾ ਦੇ ਨੇਤਾ ਪ੍ਰਿਯਦਰਸ਼ਨ ਪਟਨਾਇਕ ਨੇ ਮੈਮੋਰੈਂਡਮ ਦੇ ਵਿੱਚ ਕਿਹਾ ਕਿ ਕੋਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ। ਹੁਣ ਇਹ ਇੰਗਲੈਂਡ ਦੀ ਮਹਾਰਾਣੀ ਦੇ ਕੋਲ ਹੈ। ਕਿਰਪਾ ਕਰਕੇ ਸਾਡੇ ਪ੍ਰਧਾਨ ਮੰਤਰੀ ਨੂੰ ਇਸ ਨੂੰ ਭਾਰਤ ਲਿਆਉਣ ਦੇ ਲਈ ਕਦਮ ਚੁੱਕਣ ਦੇ ਲਈ ਕਿਹਾ ਜਾਵੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਇੱਛਾ ਮੁਤਾਬਕ ਇਸ ਨੂੰ ਭਗਵਾਨ ਜਗਨਨਾਥ ਨੂੰ ਦਾਨ ਕੀਤਾ ਸੀ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨੇ ਨਾਦਰ ਸ਼ਾਹ ਵਿਰੁੱਧ ਲੜਾਈ ਜਿੱਤਣ ਤੋਂ ਬਾਅਦ ਇਹ ਹੀਰਾ ਭਗਵਾਨ ਜਗਨਨਾਥ ਨੂੰ ਦਾਨ ਕੀਤਾ ਸੀ। ਇਤਿਹਾਸਕ ਅਤੇ ਖੋਜਕਾਰ ਅਨਿਲ ਧੀਰ ਨੇ ਦੱਸਿਆ ਕਿ ਹੀਰਾ ਤੁਰੰਤ ਮੰਦਰ ਨੂੰ ਸੌਂਪਿਆ ਨਹੀਂ ਗਿਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ 1839 ਦੇ ਵਿੱਚ ਮੌਤ ਹੋ ਗਈ ਸੀ ਅਤੇ ਅੰਗਰੇਜ਼ਾਂ ਨੇ 10 ਸਾਲ ਬਾਅਦ ਉਸ ਦੇ ਪੁੱਤਰ ਦਲੀਪ ਸਿੰਘ ਤੋਂ ਕੋਹਿਨੂਰ ਹੀਰਾ ਲੈ ਲਿਆ ਸੀ, ਭਾਵੇਂ ਉਹਨਾਂ ਨੂੰ ਪਤਾ ਸੀ ਕਿ ਇਹ ਦਾਨ ਵਿੱਚ ਦਿੱਤਾ ਗਿਆ ਹੈ।
ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਹੀਰੇ ਨੂੰ ਲੈ ਕੇ ਬਹੁਤ ਕਸ਼ਮਕਸ਼ ਚੱਲਦੀ ਹੈ। ਜਿੱਦਣ ਦੇ ਹੀ ਉਹ ਫੌਤ ਹੋਏ ਨੇ ਮਹਾਰਾਣੀ ਐਲਿਜ਼ਾਬੈਥ, ਉਦੋਂ ਤੋਂ ਹੀ ਪੰਜਾਬੀ ਤੇ ਖਾਸ ਕਰਕੇ ਉਹ ਕਹਿ ਰਹੇ ਨੇ ਕਿਉਂਕਿ ਅਸੀਂ ਵਾਬਸਤਾ ਹਾਂ, ਕਿਉਂਕਿ ਸਾਡੇ ਸਿੱਖ ਕੌਮ ਦੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਸਿੱਖ ਰਾਜ ਨੂੰ ਬੜੀ ਬੁਲੰਦੀਆਂ ਤੇ ਲੈ ਕੇ ਗਏ ਸੀਗੇ, ਉਹਨਾਂ ਦਾ ਜਿਹੜਾ ਇਹ ਕਹਿ ਲਓ ਕਿ ਸਪੈਸ਼ਲ ਕਨੈਕਸ਼ਨ ਇਸ ਚੀਜ਼ ਦੇ ਨਾਲ ਜੁੜਿਆ ਹੋਇਆ। ਸੋ ਹੁਣ ਇਹ ਕਹਿ ਰਹੀ ਕਿ ਉੜੀਸਾ ਦੇ ਜਗਨਨਾਥ ਦੇ ਵੱਲੋਂ ਵੀ ਬਗਾਵਤ ਦੇ ਸੁਰ ਵੇਖਣ ਨੂੰ ਮਿਲ ਰਹੇ, ਤੇ ਦੇਖਣਾ ਹੋਵੇਗਾ ਕਿ ਜਿਹੜਾ ਸਾਡਾ ਇੱਕ ਡੈਕੋਰਮ ਹੈ, ਸਾਡਾ ਐਡਮਿਨਿਸਟ੍ਰੇਟਿਵ ਹੈ, ਇਹ ਉਹਦੇ ਉੱਤੇ ਕੋਈ ਇੱਕ ਵੱਡਾ ਡਿਸੀਜ਼ਨ ਲੈ ਸਕੇਗਾ ਕਿ ਨਹੀਂ ਲੈ ਸਕੇਗਾ, ਕਿਉਂਕਿ ਇਸ ਸਮੇਂ ਦੀ ਇਹ ਵੱਡੀ ਗੱਲ ਹੈ, ਵੱਡੀ ਖਬਰ ਹੈ। ਔਰ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜੇ ਕਹੀਏ ਤੇ ਪ੍ਰੋਪਰਟੀ ਦੀ ਗੱਲ ਹੋ ਰਹੀ ਹੈ, ਕੈਸਲਸ ਦੀ ਗੱਲ ਹੋ ਰਹੀ ਹੈ, ਉੱਥੇ ਹੀ ਭਾਰਤ ਦਾ ਕਲੇਮਡ ਹੀਰਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਭਾਰਤ ਦੇ ਵੱਲੋਂ ਲਗਾਇਆ ਗਿਆ ਸੀ, ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਉਹ ਉਸ ਦੇ ਨਾਲ ਉਹਨਾਂ ਦੇ ਨਾਮ ਜੁੜਦੇ ਨੇ, ਉਹਨਾਂ ਦਾ ਹੀਰਾ ਹੈ। ਔਰ 105 ਕੈਰਟ ਦਾ ਇਹ ਹੀਰਾ ਹੈ, ਔਰ ਆਪਾਂ ਕਹਿੰਦੇ ਹਾਂ ਕਿ ਉਹ ਪੰਜਾਬ ਨੂੰ ਵਾਪਸ ਦਿੱਤਾ ਜਾਵੇ, ਪੰਜਾਬ ਦੀ ਹੈ। ਔਰ ਉੱਥੇ ਹੀ ਹੁਣ ਉੜੀਸਾ ਵਾਲੇ ਕਹਿੰਦੇ ਨੇ ਕਿ ਇਹਨੂੰ ਭਗਵਾਨ ਜਗਨਨਾਥ ਜੀ ਹੁਣਾਂ ਨੂੰ ਦਾਨ ਕੀਤਾ ਗਿਆ ਸੀ ਤੇ ਉਸ ਦੇ ਕੋਲ ਵਾਪਸ ਲੈ ਕੇ ਆਇਆ ਜਾ ਸਕੇ। ਮੈਨੂੰ ਲੱਗਦਾ ਕਿ ਔਸ ਹੈ। ਔਰ ਹਾਲੇ ਤੱਕ ਫਿਲਹਾਲ ਕੋਈ ਆਫੀਸ਼ੀਅਲ ਸਟੇਟਮੈਂਟ ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਆਈ ਹੈ ਤੇ ਨਾ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੁਣਾਂ ਦੇ ਕੋਲੋਂ ਆਈ ਹੋਈ ਹੈ, ਕਿਉਂਕਿ ਇਹ ਜਿਹੜੀ ਗੱਲ ਹੈ ਇਹ ਸ਼ਾਇਦ ਹਲੇ ਅਫਵਾਹਾਂ ਨੇ। ਹਰ ਕੋਈ ਗੱਲ ਕਰ ਰਿਹਾ ਹੈ, ਪੰਜਾਬ ਦੇ ਵਿੱਚੋਂ ਬੜੇ ਸਾਰੇ ਮੀਮਸ ਬਣਨੇ ਸ਼ੁਰੂ ਹੋ ਗਏ ਨੇ, ਔਰ ਪੰਜਾਬੀ ਜਿੱਥੇ ਪੂਰੀ ਦੁਨੀਆ ਦੇ ਵਿੱਚ ਵਸ ਰਹੇ ਨੇ ਉਹੀ ਕਹਿ ਰਹੇ ਨੇ ਕਿ ਹੁਣ ਨਾਲ ਲੱਗਦਾ ਹੀਰਾ ਜਿਹੜਾ ਹੈ ਉਹ ਜ਼ਰੂਰ ਪੁੱਛ ਲਿਆ ਜਾਵੇ, ਇਸ ਗੱਲ ਦੇ ਨਾਲ ਗੱਲ ਕੀਤੀ ਜਾਵੇ। ਪਰ ਅਜੇ ਤੱਕ ਇਹਦੇ ਉੱਤੇ ਕੋਈ ਆਫੀਸ਼ੀਅਲ ਜਿਹੜੀ ਸਟੇਟਮੈਂਟ ਹੈ ਉਹ ਨਹੀਂ ਸਾਹਮਣੇ ਆਈ। ਅੱਗੇ ਵਧਣਾ ਹੈ ਤੇ ਅੱਗੇ ਵੱਡੀ ਖਬਰ ਜਿਹੜੀ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੈ। ਔਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਾਲੇ ਚੋਲੇ ਪਾ ਕੇ ਰੋਸ ਮੁਜ਼ਾਹਰੇ ਕੀਤੇ ਗਏ। ਅੱਛਾ, ਕੱਲ੍ਹ ਜਿਹੜਾ ਸੀਗਾ ਅਸੀਂ ਕਹਿੰਦੇ ਹਾਂ ਕਿ ਬੜਾ ਅਹਿਮ ਦਿਨ ਸੀਗਾ। ਉਹ ਅਹਿਮ ਦਿਨ ਇਸ ਕਰਕੇ ਸੀ ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਨੇ ਉਸ ਦਿਨ ਨੂੰ ਯਾਦ ਕੀਤਾ ਜਿਸ ਦਿਨ ਸਾਰਾਗੜ੍ਹੀ ਦੇ ਯੋਧੇ ਜਿਹੜੇ ਸੀਗੇ ਉਹ 21 ਜਿਹੜੇ ਸੀਗੇ ਉਹ ਪੰਜਾਬ ਦੇ ਯੋਧੇ ਸੀਗੇ, ਸਿੱਖ ਯੋਧੇ ਸੀਗੇ, ਔਰ 10,000 ਅਫਗਾਨ ਸੈਨਾ ਦੇ ਨਾਲ ਰਲੇ ਸੀਗੇ। ਸ਼੍ਰੋਮਣੀ ਕਮੇਟੀ ਦੇ ਸੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੱਲ੍ਹ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਟਰ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਕਰਮਚਾਰੀਆਂ ਦੇ ਅਧਿਕਾਰੀਆਂ ਦੇ ਵੱਲੋਂ ਧਰਨੇ ਦਿੱਤੇ ਗਏ। ਇਸ ਦੌਰਾਨ ਹੱਥਕੜੀਆਂ ਜਿਹੜੀਆਂ ਨੇ ਆਪਣੇ ਆਪ ਨੂੰ ਸਲਾਖਾਂ ਦੇ ਵਿੱਚ ਜਕੜ ਕੇ ਕਾਲੇ ਕੱਪੜੇ ਪਾ ਕੇ, ਕਾਲੇ ਚੋਲੇ ਪਾ ਕੇ ਪ੍ਰਦਰਸ਼ਨ ਕੀਤਾ ਗਿਆ। ਕਾਲੀਆਂ ਦਸਤਾਨਾਂ, ਲੋਹੇ ਦੀਆਂ ਜ਼ੰਜੀਰਾਂ ਪਹਿਨ ਕੇ ਇਹ ਰੋਸ ਪ੍ਰਦਰਸ਼ਨ ਪ੍ਰਗਟਾਉਂਦੇ ਤੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਧਰਨਾਕਾਰੀਆਂ ਨੇ ਹੱਥਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵਾਲੀਆਂ ਤਖਤੀਆਂ ਵੀ ਚੁੱਕੀਆਂ ਹੋਈਆਂ ਸਨ। ਬੜੇ ਸਾਲ ਹੋ ਗਏ ਨੇ ਜਦੋਂ ਅਸੀਂ ਹਿਊਮਨ ਰਾਈਟਸ, ਚਲੋ ਅਸੀਂ ਸਾਰੀਆਂ ਗੱਲਾਂ ਇੱਕ ਸਾਈਡ 'ਤੇ ਰੱਖਦੇ ਹਾਂ ਕਿ ਉਹ ਸਿੱਖ ਨੇ, ਕੋਈ ਈਸਾਈ ਨੇ, ਕੋਈ ਮੁਸਲਮਾਨ ਨੇ, ਕੋਈ ਨੇ, ਪਰ ਜਦੋਂ ਅਸੀਂ ਹਿਊਮਨ ਗਰਾਊਂਡ 'ਤੇ ਕਹਿੰਦੇ ਹਾਂ, ਹਿਊਮੈਨਿਟੇਰੀਅਨ ਗਰਾਊਂਡ ਦੀ ਗੱਲ ਕਰਦੇ ਹਾਂ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਹਰ ਕਿਸੇ ਨੂੰ ਜੇ ਸਜ਼ਾ ਮਿਲੀ ਹੈ ਤੇ ਸਜ਼ਾ ਯਾਫਤਾ ਹੋਣ ਤੋਂ ਬਾਅਦ ਉਸ ਨੂੰ ਉਸ ਜੇਲ੍ਹ ਤੋਂ, ਉਸ ਸਲਾਖਾਂ ਦੇ ਪਿੱਛੋਂ ਜਿਹੜਾ ਹੈ ਉਹ ਬਾਹਰ ਕੱਢਿਆ ਜਾਵੇ। ਕਿਉਂਕਿ ਅਸੀਂ ਉਸ ਜਗ੍ਹਾ 'ਤੇ ਰਹਿੰਦੇ ਹਾਂ ਜਿੱਥੇ ਜੇਲ੍ਹ ਸਿਸਟਮ ਨੂੰ ਇਸ ਕਰਕੇ ਕਹਿੰਦੇ ਕਿ ਲਿਆਂਦਾ ਗਿਆ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਲੋਕ ਜਿਹੜੇ ਨੇ ਉਹ ਮੇਨ ਸਟਰੀਮ ਦੇ ਵਿੱਚ ਵਾਪਸ ਆਉਣ। ਉਹਨਾਂ ਨੂੰ ਪਤਾ ਲੱਗੇ ਕਿ ਜੇਲ੍ਹ ਜਿਹੜਾ ਹੈ, ਜਦੋਂ ਤੁਸੀਂ ਕੁਝ ਗਲਤ ਕਰਦੇ ਹੋ ਤਾਂ ਤੁਹਾਨੂੰ ਇੱਕ ਕਨਫਾਈਨਡ, ਇੱਕ ਛੋਟੀ ਘੁੱਟਵੀਂ ਪਲੇਸ ਦੇ ਵਿੱਚ ਰਹਿਣਾ ਪੈਂਦਾ ਹੈ। ਤੇ ਇਹ ਪਲੇਸ ਇਸ ਕਰਕੇ ਤੁਸੀਂ ਇੱਥੇ ਰਹਿੰਦੇ ਹੋ ਕਿਉਂਕਿ ਤੁਸੀਂ ਕੁਝ ਗਲਤ ਕੀਤਾ ਹੈ। ਫਿਰ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਜਾਣ ਲਈ ਤਰਸਦੇ ਹੋ, ਪਰ ਤੁਸੀਂ ਜਦੋਂ ਸਜ਼ਾ ਪੂਰੀ ਕਰੋਗੇ ਉਦੋਂ ਹੀ ਜਾਓਗੇ। ਪਰ ਕਿਤੇ ਨਾ ਕਿਤੇ ਇਹਨਾਂ ਸਿੱਖਾਂ ਦੀ ਰਿਹਾਈ ਦੇ ਉੱਤੇ, ਇਹਨਾਂ ਸਿੰਘਾਂ ਦੀ ਰਿਹਾਈ ਦੇ ਉੱਤੇ, ਜਿਨ੍ਹਾਂ ਦੇ ਕਈਆਂ ਦੇ ਤੇ ਮੈਨੂੰ ਲੱਗਦਾ ਡਬਲ ਜਿਹੜੀ ਸਜ਼ਾ ਉਹ ਵੀ ਭੁਗਤ ਲਈ ਹੈ, ਪਰ ਫਿਰ ਵੀ ਉਹਨਾਂ ਨੂੰ ਜਿਹੜਾ ਹੈ ਅਜੇ ਵੀ ਬਾਹਰ ਦਾ ਰਾਸਤਾ ਜਿਹੜਾ ਹੈ ਉਹ ਵੇਖਣਾ ਮਨਜ਼ੂਰ ਨਹੀਂ ਹੋਇਆ, ਨਸੀਬ ਨਹੀਂ ਹੋਇਆ। ਸੋ ਜਿਹੜਾ ਆਪਾਂ ਕਹਿ ਲਈਏ ਕਿ ਸਾਂਝਾ ਮੋਰਚਾ ਵੀ ਬਣਾਇਆ ਗਿਆ। ਮੈਂ ਹਰ ਕਹਿੰਦਾ ਕਿ ਸਾਂਝਾ ਮੋਰਚਾ ਬਣਾਇਆ ਤਾਂ ਗਿਆ, ਪਰ ਸਾਂਝੇ ਮੋਰਚੇ ਦੀ ਆਪਸ ਦੇ ਵਿੱਚ ਨਾ ਬਣਨ ਕਾਰਨ ਹਜੇ ਤੱਕ ਇਹਦੇ ਉੱਤੇ ਕੋਈ ਸਟਰੋਂਗ ਕੰਮ ਜਿਹੜਾ ਨਹੀਂ ਕੀਤਾ ਗਿਆ। ਫਿਲਹਾਲ ਕੱਲ੍ਹ ਸਾਰਾਗੜ੍ਹੀ ਦਾ ਵੱਡਾ ਇਤਿਹਾਸਕ ਦਿਨ ਸੀਗਾ, ਉਸ ਦਿਨ ਉਹ ਜੰਗ ਲੜੀ ਗਈ ਔਰ ਉਸ ਦੇ ਨਾਲ ਹੀ ਇਸ ਜਿਹੜਾ ਪ੍ਰਦਰਸ਼ਨ ਦਾ ਜਿਹੜਾ ਆਰੰਭ ਹੋਇਆ। ਔਰ ਹੁਣ ਦੇਖਣਾ ਹੈ ਕਿ ਅੱਗੇ ਕੀ ਹੋਏਗਾ। ਅੱਜ ਜਿਹੜਾ ਹੈੱਡਕੁਆਟਰਸ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉੱਥੇ ਪ੍ਰਦਰਸ਼ਨ ਸ਼ੁਰੂ ਹੋ ਗਿਆ। ਹੁਣ ਅੱਗੇ ਦੇਖਣਾ ਹੋਵੇਗਾ ਕਿ ਅੱਗੇ ਕੀ ਹੁੰਦਾ ਹੈ। ਅਗਲੀ ਖਬਰ, ਕੈਬਨਿਟ ਮੰਤਰੀ ਸਰਾਰੀ ਦੀ ਆਡੀਓ ਟੇਪ ਦੀ CBI ਜਾਂਚ ਕਰਵਾਈ ਜਾਵੇ। ਬਿਕਰਮ ਮਜੀਠੀਆ ਲਗਾਤਾਰ ਹੁਣ ਐਕਟਿਵ ਨੇ। ਬਿਕਰਮ ਮਜੀਠੀਆ ਜਦੋਂ ਤੋਂ ਉਹ ਜੇਲ੍ਹ ਤੋਂ ਬਾਹਰ ਆਏ ਨੇ ਤਾਂ ਉਹਨਾਂ ਦੀ ਕੋਈ ਨਾ ਕੋਈ ਸਟੇਟਮੈਂਟ ਅਕਸਰ ਨਿਊਜ਼ ਬਣਦੀ ਜਾਂਦੀ ਹੈ। ਮੈਨੂੰ ਲੱਗਦਾ ਕੋਈ ਵੀ ਅਜਿਹਾ ਦਿਨ ਨਹੀਂ ਹੈ ਜਿਸ ਦਿਨ ਉਹਨਾਂ ਦੀ ਕੋਈ ਸਟੇਟਮੈਂਟ ਨਿਊਜ਼ ਨਾ ਬਣੀ ਹੋਵੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਭ੍ਰਿਸ਼ਟ ਗਤੀਵਿਧੀਆਂ 'ਚ ਸ਼ਮੂਲੀਅਤ ਦਾ ਖੁਲਾਸਾ ਕਰਨ ਵਾਲੀ ਟੇਪ ਦੀ CBI ਜਾਂਚ ਦੀ ਮੰਗ ਕੀਤੀ ਹੈ। ਮੰਤਰੀ ਦੀ ਆਪਣੇ ਹੀ OSD ਦੇ ਨਾਲ ਗੱਲ ਹੋਈ ਹੈ। ਗੱਲਬਾਤ ਦੀ ਆਡੀਓ ਟੇਪ ਬਾਰੇ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੰਤਰੀ
ਕੁਝ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦਿਆਂ ਫਿਰੌਤੀ ਦੀ ਰਕਮ ਹਾਸਲ ਕਰਨ ਦੀ ਯੋਜਨਾ ਤੇ ਚਰਚਾ ਕਰਦੇ ਸੁਣ ਗਏ ਨੇ। ਉਹਨਾਂ ਨੇ ਕਿਹਾ ਕਿ OSD ਨੇ ਖੁਦ ਇਹ ਗੱਲ ਆਖੀ ਹੈ ਕਿ ਇਹ ਆਡੀਓ ਟੇਪ ਅਸਲੀ ਹੈ ਅਤੇ ਇਹ ਹੁਣ ਸਰਕਾਰ ਦੇ ਹੱਥ ਹੈ। ਇਹ ਉਹ ਟੇਪ ਹੈ CBI ਨੂੰ ਸੌਂਪ ਕੇ ਜਾਂਚ ਕਰਵਾਉਂਦੀ ਹੈ ਜਾਂ ਨਹੀਂ ਹੈ। ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਸ਼੍ਰੀ ਸਰਾਰੀ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਅਕਾਲੀ ਆਗੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦੋਹਰੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ, ਕਿਉਂਕਿ ਉਹਨਾਂ ਨੇ ਜੇ ਅਸੀਂ ਵਿਜੇ ਹੁਣਾਂ ਦੀ ਗੱਲ ਕਰੀਏ, ਜਿਹੜੇ ਸਾਡੇ ਹੈਲਥ ਮਿਨਿਸਟਰ ਸੀ, ਉਹਨਾਂ ਨੂੰ ਰਾਤੋਂ ਰਾਤ ਫੜ ਲਿਆ ਸੀਗਾ। ਉਹਨਾਂ ਮੰਗ ਕੀਤੀ ਹੈ ਕਿ ਸਰਾਰੀ ਨੂੰ ਤੁਰੰਤ ਬਰਖਾਸਤ ਕਰਕੇ ਕੇਸ ਦਰਜ ਕੀਤਾ ਜਾਵੇ। ਅਕਾਲੀ ਆਗੂ ਨੇ ਮੰਤਰੀ ਸਰਾਰੀ ਦੇ ਗੈਰ ਕਾਨੂੰਨੀ ਖਨਨ ਦੇ ਵਿੱਚ ਸ਼ਾਮਲ ਹੋਣ ਤੇ ਵੀ ਦੋਸ਼ ਲਾਏ ਨੇ। ਵਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਉਹਨਾਂ ਦੇ ਬਚਾਅ ਦੇ ਲਈ ਪੱਬਾਂ ਭਾਰ ਹੋਈ ਹੈ, ਜਿਨ੍ਹਾਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੇ ਫੈਸਲੇ ਦਾ ਜਨਤਕ ਤੌਰ ਤੇ ਪ੍ਰਚਾਰ ਕੀਤਾ ਸੀਗਾ। ਅੱਛਾ, ਹੁਣ ਫੌਜਾ ਸਿੰਘ ਸਰਾਹੀ ਦੀ ਗੱਲ ਕਰਦੇ ਆ। ਉਹ OSD ਦੇ ਨਾਲ ਗੱਲਬਾਤ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ASI ਜਿਹੜਾ ਹੈ ਉਹਨੂੰ ਕਿਵੇਂ ਸਮਝਾਵਾਂਗੇ। ਉਹ ਕਹਿੰਦਾ ਜੀ ਤੁਸੀਂ ਮੇਰਾ ਨਾਮ ਲੈ ਲਿਓ ਔਰ ASI ਨੂੰ ਦੱਸ ਦਿਓ। ਇਹ ਕਿਤੇ ਨਾ ਕਿਤੇ ਜੇ ਵਾਕਈ ਇਹ ਟੈਂਪਰ ਹੈ ਜਾਂ ਨਹੀਂ ਹੈ, ਚਲੋ ਇਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਆ, ਪਰ ਇਹਦੇ ਉੱਤੇ ਕਾਰਵਾਈ ਹੋਣੀ ਤਾਂ ਬਹੁਤ ਜ਼ਰੂਰੀ ਆ। ਔਰ ਜਿੰਨਾ ਚਿਰ ਕਾਰਵਾਈ ਹੁੰਦੀ ਹੈ ਤਾਂ ਥੋੜ੍ਹੇ ਦੇਰ ਲਈ ਉਹਨਾਂ ਨੂੰ ਸਸਪੈਂਡ ਕਰਕੇ ਕਾਰਵਾਈ ਨੂੰ ਨਿਰਪੱਖ ਤਰੀਕੇ ਦੇ ਨਾਲ ਮੈਨੂੰ ਲੱਗਦਾ ਹੈ ਕਿ ਹੋਣੀ ਚਾਹੀਦੀ ਹੈ, ਕਿਉਂਕਿ ਬੜੇ ਸਾਰੇ ਨੇਤਾ ਨੇ, ਸਾਧੂ ਸਿੰਘ ਧਰਮਸੋਤ ਹੋ ਗਿਆ, ਬੜੇ ਸਾਰੇ ਹੋਰ ਨੇਤਾ ਨੇ ਜਿਨ੍ਹਾਂ ਦੇ ਉੱਤੇ ਲਗਾਤਾਰ ਅਸੀਂ ਦੇਖਿਆ ਕਿ ਗਤੀਵਿਧੀਆਂ ਕਰ ਰਹੀ ਹੈ ਇਹ ਆਪ ਸਰਕਾਰ। ਤੇ ਹੁਣ ਜਦੋਂ ਆਪ ਸਰਕਾਰ ਦੇ ਆਪ ਦੇ ਬੰਦੇ ਦੀ ਗੱਲ ਹੈ ਤਾਂ ਦੋਹਰੇ ਮਾਪਦੰਡ ਬਿਲਕੁਲ ਹੀ ਨਹੀਂ ਹੋਣੇ ਚਾਹੀਦੇ, ਤਾਂ ਜੋ ਜਿਹੜੇ ਆਪਾਂ ਕਹਿ ਲਈਏ ਕਿ ਓਪੋਜੀਸ਼ਨ ਦੇ ਵਿੱਚ ਬੈਠੇ ਨੇ, ਓਪੋਜ਼ਿਟ ਦੇ ਪੋਲੀਟੀਕਲ ਪਾਰਟੀਜ਼ ਦੇ ਮੈਂਬਰ ਨੇ, ਉਹਨਾਂ ਦੇ ਕੋਲ ਕੋਈ ਮੌਕਾ ਨਾ ਹੋਵੇ ਗੱਲ ਕਰਨ ਦੇ ਲਈ। ਸੋ ਇਸ ਤਰੀਕੇ ਦੇ ਨਾਲ ਜਿਹੜਾ ਸਿਰਜਣਾਤਮਕ ਤਰੀਕੇ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਸੋ ਇਹ ਇੱਕ ਵੱਡੀ ਜਿਹੜੀ ਖਬਰ ਹੈ ਇਸ ਸਮੇਂ ਦੀ ਕਿ ਜੇ ਅਸੀਂ ਫੌਜਾ ਸਿੰਘ ਸਰਾਹੀ ਦੀ ਗੱਲ ਕਰਦੇ ਹਾਂ ਤਾਂ ਫੌਜਾ ਸਿੰਘ ਸਰਾਹੀ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਨੇ ਵੈਸੇ ਕਹਿ ਦਿੱਤਾ ਕਿ ਦੇਖੋ ਗੱਲਬਾਤ ਆਵਾਜ਼ ਮੇਰੀ ਹੈ ਔਰ ਆਵਾਜ਼ ਜੋ ਤੁਹਾਡੇ ਸਾਹਮਣੇ ਆ ਰਿਹਾ ਉਹ ਟੈਂਪਰ ਕੀਤਾ ਹੋਇਆ। OSD ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਟੈਂਪਰ ਹੋ ਸਕਦਾ, ਇਹ ਗੱਲ ਹੋਈ ਨਹੀਂ ਹੈਗੀ। ਪਰ ਹੁਣ ਇਹ ਜਾਂਚ ਦਾ ਵਿਸ਼ਾ ਹੈ। ਜੇਕਰ ਇਹਨਾਂ ਦੀਆਂ ਆਵਾਜ਼ਾਂ ਜ਼ਰੂਰ ਨੇ ਤਾਂ ਕੁਝ ਤਾਂ ਰਿਐਲਿਟੀ ਹੈ ਇਹਦੇ ਵਿੱਚ, ਤੇ ਜੇ ਰਿਐਲਿਟੀ ਹੈ ਤਾਂ ਫਿਰ ਉਸ ਨੂੰ ਸਾਹਮਣੇ ਜ਼ਰੂਰ ਲਿਆਉਣਾ ਚਾਹੀਦਾ ਹੈ, ਸੱਚ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਤੇ CBI ਜਾਂਚ ਤੇ ਨਹੀਂ, ਕਿਉਂਕਿ ਇਹ ਬਹੁਤ ਮਾਮਲਾ ਛੋਟਾ ਹੈ। CBI ਜਾਂਚ ਤੋਂ ਇਲਾਵਾ ਸਾਡੇ ਕੋਲੇ ਹੋਰ ਵੀ ਬੜੇ ਸਾਰੇ ਕੰਪੀਟੈਂਟ ਜਿਹੜੇ ਆਫੀਸਰ ਨੇ, ਕਿਉਂਕਿ ਇਹਨਾਂ ਦੀਆਂ ਜਾਂਚ ਜਿਹੜੀਆਂ ਨੇ ਉਹ ਨਾ ਕਿਸੇ ਪਾਰਟੀ ਦੇ ਟਾਈਮ ਪਹਿਲਾਂ CBI ਨੇ ਕੀਤੀ ਹੈ ਤੇ ਨਾ ਹੁਣ ਕੀਤੀ ਜਾਣੀ ਹੈ, ਕਿਉਂਕਿ ਇਹ ਬਹੁਤ ਮਾਮਲਾ ਛੋਟਾ ਕੰਸੀਡਰ ਕੀਤਾ ਜਾ ਰਿਹਾ। ਅੱਗੇ ਵਧਦੇ ਹਾਂ ਜੀ। ਸਿੱਧੂ ਮੂਸੇਵਾਲਾ ਕਤਲ ਕੇਸ, ਸੰਦੀਪ ਕੇਕੜਾ ਦਾ ਭਰਾ ਬਿੱਟੂ ਗ੍ਰਿਫਤਾਰ ਕਰ ਲਿਆ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ। ਪੁਲਿਸ ਨੇ ਸੰਦੀਪ ਕੇਕੜਾ ਦੇ ਭਰਾ ਬਿੱਟੂ ਨੂੰ ਹਰਿਆਣਾ ਦੇ ਡੱਬਵਾਲੀ ਤੋਂ ਗ੍ਰਿਫਤਾਰ ਕੀਤਾ ਹੈ ਤੇ ਉਹਦੇ ਤੇ ਮੂਸੇਵਾਲਾ ਦੀ ਰੇਕੀ ਕਰਨ ਦਾ ਵੀ ਦੋਸ਼ ਹੈ। ਬਿੱਟੂ ਲਾਰੈਂਸ ਬਿਸ਼ਨੋਈ ਦੇ ਨਾਲ ਜੇਲ੍ਹ ਦੇ ਵਿੱਚ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਬਿੱਟੂ ਸਿੰਘ ਮੂਸੇਵਾਲੇ ਦੀ ਕਾਰ ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਤੋਂ ਇੱਕ ਪ੍ਰਿਅਵਤ ਫੌਜੀ ਦੇ ਸੰਪਰਕ ਦੇ ਵਿੱਚ ਸੀਗਾ। ਸੋ ਇੱਕ ਵੱਡੀ ਖਬਰ ਹੈ। ਇਸ ਤੋਂ ਇਲਾਵਾ ਉਹ ਲਾਰੈਂਸ ਬਿਸ਼ਨੋਈ ਦੇ ਨਾਲ ਜੇਲ੍ਹ ਵਿੱਚ ਵੀ ਰਿਹਾ ਹੈ। ਦੋਵੇਂ ਭਰਾ ਕਾਫੀ ਸਮੇਂ ਤੋਂ ਮੂਸੇਵਾਲੇ ਦੀ ਰੇਕੀ ਕਰ ਰਹੇ ਸਨ। ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਗੌਰਵ ਤੂਰਾ ਨੇ ਦੱਸਿਆ ਕਿ ਬਿੱਟੂ ਨੂੰ ਮਾਨਸਾ ਪੁਲਿਸ ਦੇ ਵੱਲੋਂ ਡਾਕਟਰੀ ਜਾਂਚ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅੱਛਾ, ਇੱਕ ਹਾਈ ਪ੍ਰੋਫਾਈਲ ਕੇਸ ਹੈ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਜਿਹੜੇ ਮਰਹੂਮ ਨੇ ਉਹਨਾਂ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਸ਼ਰੇਆਮ ਦਿਨ ਦਿਹਾੜੇ, ਜਿਸ ਨੂੰ ਕਹਿੰਦੇ ਆ ਕਿ ਕੋਲਡ ਬਲੱਡਡ ਮਰਡਰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ, ਉਹ ਹੋਇਆ। ਔਰ ਉਸ ਤੋਂ ਬਾਅਦ ਐਡਾ ਸਮਾਂ ਚੱਲ ਗਿਆ ਹੈ, ਬਹੁਤ ਸਮਾਂ ਲੰਮਾ ਬੀਤ ਗਿਆ ਹੈ। ਪਰਿਵਾਰਕ ਮੈਂਬਰ ਰੋਜ਼ ਕਿਤੇ ਨਾ ਕੋਈ ਗੁਹਾਰ ਲਾਉਂਦੇ ਨੇ ਇਨਸਾਫ ਦੀ। ਇੱਦਾਂ ਲੱਗਦਾ ਹੈ ਕਿ ਪਰਤਦਾਰ ਇੱਕ ਕੇਸ ਦੇ ਪਿੱਛੇ ਕਈ ਪਰਤਾਂ ਨਿਕਲ ਕੇ ਸਾਹਮਣੇ ਆ ਗਈਆਂ। ਕੱਲ NI ਨੇ ਛਾਪੇ ਮਾਰੇ ਔਰ ਉਸ ਤੋਂ ਪਹਿਲਾਂ ਇਹ ਗੱਲ ਫੈਲ ਗਈ ਕਿ ਸਿੱਧੂ ਮੂਸੇਵਾਲਾ ਕਤਲ ਦੇ ਨਾਲ ਜੁੜੇ ਹੋਏ ਫਸ ਛਾਪੇ ਨੇ। ਫਿਰ NI ਨੇ ਕਲੀਅਰ ਕੀਤਾ ਕਿ ਇੱਦਾਂ ਦਾ ਕੁਝ ਨਹੀਂ ਹੈ, ਕਿਉਂਕਿ ਇਹਦੇ ਨਾਲ ਨਹੀਂ, ਇੱਦਾਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਗੈਂਗਸ ਵਾਲੇ ਬੈਠੇ ਨੇ, ਜਿਹੜੇ ਵੱਖਰੀਆਂ ਗੈਂਗ ਬਣਾ ਕੇ ਬੈਠੇ ਨੇ, ਇਹਨਾਂ ਦੇ ਜਿਹੜੇ ਸਾਨੂੰ ਇਹ ਸੂਚਨਾ ਮਿਲੀ ਹੈ, ਇਨਫੋਰਮੇਸ਼ਨ ਮਿਲੀ ਹੈ ਕਿ ਇਹਨਾਂ ਦੇ ਸੰਪਰਕ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਨਾਲ ਹੈ। ਸੋ ਇਸ ਕਰਕੇ ਇਹ ਵੱਡੀ ਖਬਰ ਹੋ ਨਿਬੜੀ। ਕੱਲ ਪੰਜਾਬ ਦੇ ਵਿੱਚ 25 ਥਾਂ ਦੇ ਉੱਤੇ, ਹਰਿਆਣਾ ਦੇ ਵਿੱਚ ਵੀ, ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਵੀ ਛਾਪੇ ਮਾਰੇ ਗਏ ਔਰ ਜੱਗੂ ਭਗਵਾਨਪੁਰੀਆ, ਬਹੁਤ ਸਾਰੇ ਹੋਰ ਲੋਕਾਂ ਦੇ ਜਿਹੜੇ ਨੇ, ਬੜੇ ਨਾਮਵਰ ਲੋਕ ਜਿਹੜੇ ਕ੍ਰਾਈਮ ਦੇ ਵਿੱਚ ਨੇ, ਉਹਨਾਂ ਦੇ ਘਰਾਂ ਦੇ ਵਿੱਚ, ਉਹਨਾਂ ਦੇ ਪਿੰਡ ਸੀਲ ਕੀਤੇ ਗਏ, ਉਹਨਾਂ ਦੇ ਉੱਤੇ ਛਾਪੇ ਮਾਰੇ ਗਏ। ਸੋ ਫਿਲਹਾਲ ਵੱਡੀ ਗੱਲ ਹੈ ਕਿ ਬਿੱਟੂ ਨੂੰ ਡੱਬਵਾਲੀ ਤੋਂ ਗ੍ਰਿਫਤਾਰ ਕੀਤਾ ਗਿਆ। ਰੇਕੀ ਕਿਵੇਂ ਹੋ ਸਕਦੀ ਹੈ ਔਰ ਪੁਲਿਸ ਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਦਾ? ਜਦੋਂ ਅਸੀਂ ਹਾਈ ਪ੍ਰੋਫਾਈਲ ਦੀ ਗੱਲ ਕਰਦੇ ਹਾਂ ਤੇ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਵੱਡੀ ਖਬਰ ਆਈ ਸੀਗੀ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਤਾਂ ਉਹ ਇੱਕ ਰਾਤ ਪੂਰੇ ਜਿਹੜੇ ਨੇ ਉਸੇ ਏਰੀਏ ਦੇ ਵਿੱਚ ਖੇਤੋਂ ਖੇਤ ਹੋ ਕੇ ਲੁਕੇ ਰਹੇ ਨੇ।
ਜਿਹੜੇ ਪ੍ਰਿਯਵਰਤ ਫੌਜੀ ਸੀ ਉਹਨਾਂ ਨੇ ਇਹ ਖੁਲਾਸਾ ਕੀਤਾ ਕਿ ਅਸੀਂ ਕਿਸੇ ਦੇ ਘਰ ਦੇ ਵਿੱਚ ਰਾਤੋਂ ਰਾਤ ਬੈਠੇ ਰਹੇ। ਕਿਉਂ ਨਹੀਂ ਪੁਲਿਸ ਨੇ ਹਾਈ ਅਲਰਟ ਕੀਤਾ, ਜੈਮਰ ਕਿਉਂ ਨਹੀਂ ਲੱਗੇ, ਕਿਉਂ ਨਹੀਂ ਕਿਤੇ ਨਾ ਕਿਤੇ ਇਨਕੰਪੀਟੈਂਸੀ ਤਾਂ ਦਿਖਦੀ ਪਈ ਹੈ ਇਸ ਕੇਸ ਦੇ ਵਿੱਚ। ਔਰ ਇੰਨਾ ਲੰਮਾ ਸਮਾਂ ਹੋ ਗਿਆ ਜਿਹੜੇ ਇਨਸਾਫ ਦੀ ਗੁਹਾਰ ਲਾ ਰਹੇ ਨੇ ਉਹਨਾਂ ਨੂੰ ਅਜੇ ਤੱਕ ਇਨਸਾਫ ਕਿਉਂ ਨਹੀਂ ਮਿਲਿਆ, ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਫਿਲਹਾਲ ਬਲਕੌਰ ਸਿੰਘ ਹੁਣਾਂ ਦਾ ਉਸ ਦਿਨ ਆਇਆ ਸੀਗਾ ਕਿ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਮੇਰਾ ਪੁੱਤ ਤੇ ਗਿਆ ਕੋਈ ਹੋਰ ਪੰਜਾਬ ਦੇ ਵਿੱਚ ਕਿਸੇ ਮਾਂ ਦਾ ਪੁੱਤ ਜਾਵੇ, ਕਿਸੇ ਪਿਓ ਦਾ ਕੱਲਾ ਕੱਲਾ ਪੁੱਤ ਚਲੇ ਜਾਵੇ। ਸੋ ਇਸ ਜਿਹੜੇ ਆਪਾਂ ਕਹਿੰਦੇ ਆਰਗੇਨਾਈਜ਼ਡ ਕ੍ਰਾਈਮ ਨੇ ਇਹਨਾਂ ਨੂੰ ਸੈੱਟ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਕੋਈ ਹੋਰ ਸਿੱਧੂ ਮੂਸੇ ਵਾਲਾ ਵਾਂਗ ਜਿਹੜਾ ਹੈ ਉਹ ਇਹਨਾਂ ਕ੍ਰਾਈਮ ਜਿਹੜੇ ਤੋੜਦੇ ਨੇ ਉਹਨਾਂ ਦੇ ਭੇਂਟ ਚੜ੍ਹ ਸਕੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਲਗਾਤਾਰ ਪਰਿਵਾਰ ਜਿਹੜਾ ਆ ਉਹ ਇਨਸਾਫ ਦੀ ਗੁਹਾਰ ਲਾ ਰਿਹਾ। ਉਹਨਾਂ ਨੂੰ ਲੱਗਦਾ ਕਿ ਇਨਸਾਫ ਜ਼ਰੂਰ ਹੋਣਾ ਚਾਹੀਦਾ ਹੈ ਔਰ ਇਹ ਇਨਸਾਫ ਉਦੋਂ ਹੀ ਹੋਏਗਾ ਜਦੋਂ ਕਿ ਇਸ ਪੂਰੇ ਕੇਸ ਨੂੰ ਪੁਲਿਸ ਜਿਹੜੀ ਹੈ ਚੰਗੀ ਤਰ੍ਹਾਂ ਨਿਪਟਾ ਲਊਗੀ। ਕਿਉਂਕਿ ਲਗਾਤਾਰ ਗੋਲਡੀ ਬਰਾੜ ਜਿਹੜਾ ਕੈਨੇਡਾ ਦੇ ਵਿੱਚ ਹੈ ਉਹ ਲਗਾਤਾਰ ਆਪਣੇ ਆਪ ਨੂੰ ਇੱਦਾਂ ਦੱਸ ਰਿਹਾ ਕਿ ਮੈਂ ਬਹੁਤ ਐਕਟਿਵ ਹਾਂ, ਮੈਂ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ। ਸੋ ਇਹ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ। ਅੱਗੇ ਵਧਦਾ ਹੈ ਤੇ ਸਾਡੇ ਭਗਵੰਤ ਮਾਨ ਸਾਡੇ ਪੰਜਾਬ ਦੇ ਸੀਐਮ ਜਿਹੜੇ ਨੇ ਜਰਮਨ ਗਏ ਨੇ ਔਰ ਕੰਪਨੀਆਂ ਦੇ ਨਾਲ ਮਿਲ ਰਹੇ ਨੇ। ਕਹਿੰਦੇ ਜੀ ਨਿਵੇਸ਼ ਦਾ ਸੱਦਾ ਦਿੰਦੇ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜਰਮਨ ਦੌਰੇ ਦੇ ਪਹਿਲੇ ਦਿਨ ਪੰਜਾਬ ਨੂੰ ਨਿਵੇਸ਼ ਦੇ ਲਈ ਤਰਜੀਹ ਸਥਾਨ ਦੱਸਦਿਆਂ ਨਾਮੀ ਕੰਪਨੀਆਂ ਦੇ ਨਾਲ ਵਿਚਾਰ ਚਰਚਾ ਕੀਤੀ ਹੈ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਜਰਮਨੀ ਦੇ ਉਦਯੋਗਪਤੀਆਂ ਨੂੰ ਅਗਲੇ ਸਾਲ 23-24 ਫਰਵਰੀ ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਵਿੱਚ ਪੰਜਾਬ ਆਉਣ ਲਈ ਸੱਦਾ ਦਿੱਤਾ ਹੈ। ਭਗਵੰਤ ਮਾਨ ਨੇ ਪ੍ਰਮੁੱਖ ਕੰਪਨੀਆਂ ਜਿਹਦੇ ਵਿੱਚ ਜੈਪਲਿਨ ਹੈ, ਬੋਇਲੇਟਰ ਹੈ, ਮਾਈਨੈਟ ਹੈ, ਡੋਨ ਲਟਸਨ ਹੈ, ਆਈਗਸ ਨੇ, ਸਟ੍ਰਿਪਿਆਨੀ, ਹੈਰਿਸਨ, ਵਾਲਸਨ, ਪੈਂਟੀਅਰ ਅਤੇ ਹੋਰਾਂ ਦੇ ਨਾਲ ਤੇਲ ਬੀਜ ਪ੍ਰੋਸੈਸਿੰਗ ਮਸ਼ੀਨਰੀ, ਉਦਯੋਗਿਕ ਏਅਰ ਫਿਲਟਰੇਸ਼ਨ ਪ੍ਰਣਾਲੀਆਂ, ਸ਼ੁੱਧੀਕਰਨ ਟੈਕਨੋਲੋਜੀਆਂ, ਪਾਣੀ ਦੇ ਵਿੱਚ ਰਸਾਇਣ ਦਾ ਮਾਪ, ਉਦਯੋਗਾਂ ਤੇ ਪਾਣੀ ਨੂੰ ਸੋਧਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਹੈ। ਪੰਜਾਬ ਨੂੰ ਕਾਰੋਬਾਰ ਕਰਨ ਦੇ ਲਈ ਪਸੰਦੀਦਾ ਸਥਾਨ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਕੰਪਨੀਆਂ ਨੂੰ ਸੂਬੇ ਦੇ ਵਿੱਚ ਨਿਵੇਸ਼ ਕਰਨ ਨਾਲ ਬਹੁਤ ਫਾਇਦਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਨਿਵੇਸ਼ ਪੱਖੀ ਨੀਤੀਆਂ ਉਦਯੋਗਿਕ ਸ਼ਾਂਤੀ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਸੂਬੇ ਦੇ ਵਿੱਚ ਉਦਯੋਗਿਕ ਵਿਕਾਸ ਦੇ ਲਈ ਅਨੁਕੂਲ ਮਾਹੌਲ ਪ੍ਰਦਾਨ ਕਰ ਸਕਦੀਆਂ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਪਹਿਲਾ ਸਿੰਗਲ ਵਿੰਡੋ ਸੇਵਾ ਮਹਿਜ਼ ਦਿਖਾਵਾ ਸੀ ਜਿਸ ਨੇ ਨਾ ਸਿਰਫ ਸੰਭਾਵੀ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ ਸਗੋਂ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਵੀ ਰੁਕਾਵਟ ਪਾਈ ਹੈ। ਪਰ ਉਹਨਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਸਿੰਗਲ ਵਿੰਡੋ ਪ੍ਰਣਾਲੀ ਦੇ ਵਿੱਚ ਸੂਬੇ ਵਿੱਚ ਨਿਵੇਸ਼ ਕਰਨ ਦੇ ਇੱਛੁਕ ਉਦਮੀਆਂ ਦੇ ਲਈ ਅਸਲ ਸਹੂਲਤ ਜਿਹੜੀ ਹੈ ਉਹ ਪੇਸ਼ ਕੀਤੀ ਜਾ ਸਕੇ। ਅੱਗੇ ਵਧਣਾ ਤੇ ਅੱਗੇ ਵੱਡੀ ਖਬਰ ਜਿਹੜੀ ਹੈ ਉਹ ਚਰਚ ਤੋਂ ਆ ਰਹੀ ਹੈ ਕਿ ਕੋਈ ਚਰਚ ਪ੍ਰਾਰਥਨਾ ਵੇਲੇ ਕੈਂਸਰ ਪੀੜਤ ਬੱਚੀ ਦੀ ਮੌਤ ਹੋ ਗਈ। ਮੈਂ ਦੱਸ ਦਵਾਂ ਕਿ ਤਾਜਪੁਰ ਦੀ ਚਰਚ 'ਚ ਕੈਂਸਰ ਪੀੜਤ ਬੱਚੀ ਦੀ ਦੇਰ ਰਾਤ ਮੌਤ ਹੋ ਗਈ ਹੈ। ਲਾਂਬੜਾ ਪੁਲਿਸ ਅਨੁਸਾਰ 4 ਸਾਲਾ ਬੱਚੀ ਦਾ ਇਲਾਜ ਦਿੱਲੀ ਦੇ ਏਮਸ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ। ਪੀੜਤ ਬੱਚੀ ਦੇ ਮਾਪੇ ਉਸ ਨੂੰ ਤਾਜਪੁਰ ਦੀ ਚਰਚ ਵਿੱਚ ਇਸ ਉਮੀਦ ਨਾਲ ਲਿਆਏ ਸਨ ਕਿ ਇੱਥੇ ਬੱਚੀ ਠੀਕ ਹੋ ਜਾਵੇਗੀ। ਮਾਪਿਆਂ ਨੇ ਦੱਸਿਆ ਸੀ ਕਿ ਉਹਨਾਂ ਦੇ ਕੋਲ ਕਦੇ 15,000 ਰੁਪਏ ਤੇ ਕਦੇ 50,000 ਰੁਪਏ ਮੰਗੇ ਗਏ। ਮ੍ਰਿਤਕ ਬੱਚੀ ਤਨੀਸ਼ਾ ਦੇ ਮਾਪਿਆਂ ਨੇ ਵੀਡੀਓ ਕਲਿੱਪ ਵਿੱਚ ਸਾਰਾ ਕੁਝ ਦੱਸਿਆ। ਉਹਨਾਂ ਦੋਸ਼ ਲਗਾਇਆ ਕਿ ਬੱਚੀ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਧੱਕੇ ਮਾਰ ਕੇ ਚਰਚ ਚੋਂ ਬਾਹਰ ਕੱਢ ਦਿੱਤਾ ਗਿਆ। ਇਸ ਵਿੱਚ ਬੱਚੀ ਦੀ ਲੰਘੀ ਸ਼ਾਮ ਉਸ ਵੇਲੇ ਮੌਤ ਹੋ ਗਈ ਜਦੋਂ ਤਾਜਪੁਰ ਚਰਚ ਦਾ ਪਾਦਰੀ ਪ੍ਰਾਰਥਨਾ ਸਭਾ ਦੇ ਇਲਾਜ ਸੈਸ਼ਨ ਸ਼ੁਰੂ ਕਰਨ ਜਾ ਰਿਹਾ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਬੱਚੀ ਦਾ ਇਲਾਜ ਕਰਵਾਉਣ ਦੇ ਲਈ 9 ਮਹੀਨਿਆਂ ਤੋਂ ਇਸ ਚਰਚ ਦੇ ਵਿੱਚ ਆ ਰਹੇ ਸਨ। ਲਾਂਬੜਾ ਥਾਣੇ ਦੇ SHO ਅਮਨ ਸੈਣੀ ਨੇ ਦੱਸਿਆ ਕਿ ਲੜਕੀ ਪਿਛਲੇ 2 ਸਾਲਾਂ ਤੋਂ ਕੈਂਸਰ ਤੋਂ ਪੀੜਤ ਸੀ। ਉਸ ਨੂੰ ਕੀਮੋਥੈਰੇਪੀ ਵੀ ਦਿੱਤੀ ਗਈ ਪਰ ਹੁਣ ਉਸ ਦੇ ਅੰਗ ਫੇਲ ਹੋ ਚੁੱਕੇ ਸਨ। ਡਾਕਟਰਾਂ ਨੇ 5 ਸਤੰਬਰ ਨੂੰ ਦੱਸਿਆ ਸੀ ਕਿ ਬੱਚੀ ਨੂੰ ਬਚਾਇਆ ਨਹੀਂ ਜਾ ਸਕਦਾ। ਪੀੜਤ ਪਰਿਵਾਰ ਨੇ ਦੱਸਿਆ ਸੀ ਕਿ ਉਹਨਾਂ 1 ਸਾਲ ਪਹਿਲਾਂ ਕੁਝ ਵੀਡੀਓ ਦੇਖੇ ਸਨ ਜਿਨ੍ਹਾਂ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੈਂਸਰ ਦਾ ਮਰੀਜ਼ ਇੱਥੇ ਠੀਕ ਹੋ ਜਾਂਦਾ ਹੈ। ਹੁਣ ਗੱਲ ਸ਼ਰਧਾ ਦੀ ਹੈ ਔਰ ਜਦੋਂ ਸ਼ਰਧਾ ਦੀ ਗੱਲ ਕਰਦੇ ਹਾਂ ਤਾਂ ਫਿਰ ਸ਼ਰਧਾ ਦੇ ਅੱਗੇ ਸਭ ਕੁਝ ਫਿੱਕਾ ਹੈ। ਪਰ ਮਰਨਾ ਜੀਵਣਾ ਸ਼ਾਇਦ ਉਸ ਅਲਟੀਮੇਟ ਪਾਵਰ ਇੱਕ ਪਾਵਰ ਦੇ ਹੱਥ ਹੈ, ਉਹਦੇ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ। ਫਿਲਹਾਲ ਇਹ ਸੀ ਪੰਜਾਬ ਅਪਡੇਟ। ਤੁਸੀਂ ਦੇਖਦੇ ਰਹੋ ਪੰਜਾਬ ਮੇਰੀ USA TV। ਮੈਨੂੰ ਦਿਓ ਆ ਗਿਆ। ਸਤਿ ਸ਼੍ਰੀ ਅਕਾਲ।